ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਡਾਕਟਰ ਈਸ਼ਰ ਸਿੰਘ ਦੀ ਰਿਪੋਰਟ 'ਚ ਵੱਡਾ ਖੁਲਾਸਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਨਹੀਂ 328 ਪਾਵਨ ਸਰੂਪ ਹੋਏ ਗਾਇਬ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਹਫ਼ਤੇ ਅੰਦਰ ਕਾਰਵਾਈ ਕਰਨ ਦੇ ਦਿੱਤੇ ਹੁਕਮ। ਸਿੱਖ ਪ੍ਰਚਾਰਕ ਰਣਜੀਤ ਸਿੰਘ ਢੰਡਰੀਆਂਵਾਲਾ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਖਤ ਹੁਕਮ। ਜਥੇਦਾਰ ਨੇ ਕਿਹਾ ਜਿੰਨਾ ਚਿਰ ਢੰਡਰੀਆਂਵਾਲਾ ਮਾਫੀ ਨਹੀਂ ਮੰਗਦਾ ਨਾ ਕਰਵਾਏ ਜਾਣ ਉਸਦੇ ਸਮਾਗਮ। ਬਲਜੀਤ ਸਿੰਘ ਦਾਦੂਵਾਲ ਨੇ ਦਿੱਤਾ ਜਥੇਦਾਰੀ ਤੋਂ ਅਸਤੀਫਾ। ਸਰਬੱਤ ਖਾਲਸਾ ਆਗੂਆਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਨਵਾਂ ਜਥੇਦਾਰ ਚੁਣਨ ਨੂੰ ਕਿਹਾ। ਤਰਨਤਾਰਨ ਦੇ ਪਿੰਡ ਪੂਲਾ 'ਚ ਗੈਂਗਸਟਰਾਂ ਨੇ ਕੀਤਾ ਪੁਲਿਸ ਟੀਮ ਤੇ ਹਮਲਾ। ਇੱਕ ASI ਦੀ ਲੱਤ ਤੇ ਲੱਗੀ ਗੋਲੀ। ਪੁਲਿਸ ਨੇ ਆਰੋਪੀਆਂ ਖਿਲਾਫ ਪਰਚਾ ਦਰਜ ਕੀਤਾ। ਅਤੇ ਐਰਿਨ ਓਟੂਲ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਨਵੇਂ ਲੀਡਰ ਚੁਣੇ ਗਏ। ਤੀਜੇ ਦੌਰ ਦੀ VOTING ਤੋਂ ਬਾਅਦ ਹਾਸਲ ਕੀਤੀ ਇਹ ਪ੍ਰਾਪਤੀ। ਤੇ ਹੁਣ ਖਬਰਾਂ ਦਾ ਵਿਸਥਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਕੱਟਣ ਦੇ ਮਾਮਲੇ 'ਚ ਜਾਂਚ ਕਰ ਰਹੇ ਡਾਕਟਰ ਈਸ਼ਰ ਸਿੰਘ ਨੇ ਆਪਣੀ ਰਿਪੋਰਟ ਪੰਜ ਸਿੰਘ ਸਾਹਿਬਾਨ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ 'ਚ ਵੱਡੇ ਖੁਲਾਸੇ ਹੋਏ ਨੇ। ਪਤਾ ਚੱਲਿਆ ਕਿ 267 ਸਰੂਪ ਨਹੀਂ ਸਗੋਂ 328 ਪਾਵਨ ਸਰੂਪ ਰਿਕਾਰਡ ਵਿੱਚੋਂ ਘੱਟ ਪਾਏ ਗਏ ਨੇ। ਇਸ ਕੋਤਾਹੀ ਨੂੰ ਲੁਕਾਉਣ ਲਈ ਰਿਕਾਰਡ ਨਾਲ ਛੇੜਛਾੜ ਵੀ ਕੀਤੀ ਗਈ। ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰਤਾ ਦੌਰਾਨ SGPC ਨੂੰ ਇੱਕ ਹਫ਼ਤੇ ਦੇ ਅੰਦਰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪੰਥ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦੀ ਅੱਜ ਇਕੱਤਰਤਾ ਹੋਈ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਵਿੱਚੋਂ 267 ਸਰੂਪ ਕੱਟਣ ਦੇ ਮਾਮਲੇ ਵਿੱਚ ਜਾਂਚ ਕਮੇਟੀ ਦੇ ਮੁੱਖ ਅਧਿਕਾਰੀ ਡਾਕਟਰ ਈਸ਼ਰ ਸਿੰਘ ਨੇ ਰਿਪੋਰਟ ਪੰਜ ਸਿੰਘ ਸਾਹਿਬਾਨਾਂ ਅੱਗੇ ਪੇਸ਼ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕਰਵਾਈ ਗਈ ਪੜਤਾਲ ਅਨੁਸਾਰ ਪਾਇਆ ਗਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਟੋਰ ਲੈਜਰ ਵਿੱਚ ਠੀਕ ਢੰਗ ਨਾਲ ਮੇਨਟੇਨ ਨਹੀਂ ਕੀਤੇ ਗਏ। ਓਪਨ ਅਤੇ ਕਲੋਜ਼ਿੰਗ ਲੈਜਰ ਵਿੱਚ ਵਾਰ-ਵਾਰ ਕਟਿੰਗ ਅਤੇ ਛੇੜਛਾੜ ਕੀਤੀ ਸਾਬਤ ਹੋਈ ਹੈ। ਸਾਲ 2013-14 ਅਤੇ 2014-15 ਦੀਆਂ ਲੈਜਰਾਂ ਨੂੰ ਚੈੱਕ ਕਰਨ ਤੇ ਪਾਇਆ ਗਿਆ ਕਿ ਪ੍ਰੈਸ ਦੇ ਪਬਲੀਕੇਸ਼ਨ ਵਿਭਾਗ ਦੀਆਂ ਲੈਜਰਾਂ ਵਿੱਚ 18/8/2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਨਹੀਂ ਸਗੋਂ 328 ਪਾਵਨ ਸਰੂਪ ਘੱਟ ਸਨ। ਲੈਜਰਾਂ ਨਾਲ ਛੇੜਛਾੜ ਤੇ 2016 ਤੋਂ ਹੁਣ ਤੱਕ ਆਡਿਟ ਵੀ ਨਹੀਂ ਕਰਵਾਇਆ ਗਿਆ। ਇਹ ਬਹੁਤ ਵੱਡੀ ਬੇਈਮਾਨੀ ਅਤੇ ਅਣਗਹਿਲੀ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਮਤੇ ਅਨੁਸਾਰ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਪਬਲੀਕੇਸ਼ਨ ਵਿਭਾਗ ਦੇ ਵਿੱਚ 267 ਸਰੂਪ ਸਟਾਕ ਦੇ ਵਿੱਚੋਂ ਘੱਟ ਹੋਣ ਸੰਬੰਧੀ ਸ਼ਿਕਾਇਤ ਦੀ ਪੜਤਾਲ ਲਈ ਇੱਕ ਪੜਤਾਲੀਆ ਕਮਿਸ਼ਨ ਬਣਾਇਆ ਗਿਆ ਸੀ। ਉਹਦੀ ਰਿਪੋਰਟ ਆਈ ਹੈ ਤੇ ਰਿਪੋਰਟ ਵਿੱਚ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਟੋਰ ਲੈਜ਼ਰ ਦੇ ਵਿੱਚ ਠੀਕ ਢੰਗ ਦੇ ਨਾਲ ਮੇਨਟੇਨ ਨਹੀਂ ਕੀਤੇ ਗਏ ਸਨ। ਓਪਨ ਅਤੇ ਕਲੋਜ਼ਿੰਗ ਲੈਜ਼ਰ ਵਾਰ-ਵਾਰ ਕਟਿੰਗ ਅਤੇ ਛੇੜਛਾੜ ਕੀਤੀ ਗਈ। ਸਾਲ 2013-14 ਅਤੇ 14-15 ਦੀਆਂ ਲੈਜ਼ਰਾਂ ਨੂੰ ਚੈੱਕ ਕਰਨ ਤੇ ਪਾਇਆ ਕਿ ਪ੍ਰੈਸ ਤੇ ਪਬਲੀਕੇਸ਼ਨ ਵਿਭਾਗ ਦੀਆਂ ਲੈਜ਼ਰਾਂ ਵਿੱਚ 18/8/2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਨਹੀਂ ਸਗੋਂ 328 ਪਾਵਨ ਸਰੂਪ ਜਿਹੜੇ ਸਨ ਉਹ ਘੱਟ ਸਨ। ਇਸ ਤੋਂ ਇਲਾਵਾ ਪਬਲੀਕੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਵੇਸਟਿੰਗ ਅੰਗਾਂ ਲਈ ਦਿੱਤੇ ਵਾਧੀ ਅੰਗਾਂ ਤੋਂ ਅਣਅਧਿਕਾਰਤ ਤਰੀਕੇ ਦੇ ਨਾਲ ਕੁਝ ਪਾਵਨ ਸਰੂਪ ਤਿਆਰ ਕਰਵਾ ਕੇ ਬਿਨਾਂ ਬਿੱਲ ਕੱਟਿਆਂ ਸੰਗਤਾਂ ਨੂੰ ਦਿੱਤੇ ਗਏ। ਇੱਕ ਵਾਰ 61 ਸਰੂਪ ਤਿਆਰ ਕਰਵਾਏ ਗਏ ਤੇ ਇੱਕ ਵਾਰ 125 ਪਾਵਨ ਸਰੂਪ ਅਣਅਧਿਕਾਰਤ ਤੌਰ ਤੇ ਵਧੇਰੇ ਅੰਗਾਂ ਤੋਂ ਤਿਆਰ ਜਿਹੜੇ ਆ ਉਹ ਕਰਵਾਏ ਗਏ। ਮਿਤੀ 28/8/2015 ਤੋਂ 31/5/2020 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਚੈਕਿੰਗ ਅਨੁਸਾਰ ਮੌਜੂਦਾ ਸਮੇਂ ਵਿੱਚ ਸਟੋਰ ਲੈਜ਼ਰ ਦੇ ਵਿੱਚੋਂ 267 ਸਰੂਪ ਘੱਟ ਸਨ। ਇਸ ਸਮੇਂ ਦੌਰਾਨ ਬਿੱਲਾਂ ਤੇ ਬੁੱਚਾਂ ਵਿੱਚ ਵੀ ਕਾਫੀ ਅੰਤਰ ਪਾਇਆ ਗਿਆ ਹੈ। ਲੈਜ਼ਰਾਂ ਦੇ ਨਾਲ ਛੇੜਛਾੜ ਦੇ ਮਾਮਲੇ ਵੀ ਸਾਹਮਣੇ ਆਏ ਹੈ ਔਰ ਸਭ ਤੋਂ ਵੱਡੀ ਗੱਲ ਕਿ 2016 ਤੋਂ ਹੁਣ ਤੱਕ ਆਡਿਟ ਜਿਹੜਾ ਉਹ ਨਹੀਂ ਕਰਵਾਇਆ ਗਿਆ। ਇਸ ਤਰ੍ਹਾਂ ਇਹ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਜਿਹੜੀ ਹੈ ਉਹ ਸਾਬਤ ਹੋਈ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਇਸ ਰਿਪੋਰਟ ਨੂੰ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਸ਼ਾਰਟ ਨੋਟਿਸ ਤੇ ਅੰਤਰਿਮ ਕਮੇਟੀ ਦੀ ਮੀਟਿੰਗ ਬੁਲਾ ਕੇ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਕਰਮਚਾਰੀਆਂ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਜਿਹੜੀ ਹੈ ਸਖਤ ਤੋਂ ਸਖਤ ਕੀਤੀ ਜਾਏ। ਇਸੇ ਤਰ੍ਹਾਂ ਹੀ ਮਿਤੀ 19/5/2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਤੇ 2016 ਦੀ ਸਮੁੱਚੀ ਅੰਤਰਿਮ ਕਮੇਟੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਵੇਲੇ ਦੇ ਚੀਫ ਸਕੱਤਰ ਨੇ ਕੋਈ ਪਛਤਾਤਾਪ ਜਿਹੜਾ ਉਹ ਨਹੀਂ ਕੀਤਾ। ਇਸ ਲਈ ਸਮੁੱਚੀ ਅੰਤਰੰਗ ਕਮੇਟੀ ਅਤੇ ਚੀਫ ਸਕੱਤਰ ਪੰਜ ਸਿੰਘ ਸਾਹਿਬਾਨ ਦੀ ਅਗਲੀ ਇਕੱਤਰਤਾ ਵਿੱਚ 18 ਸਤੰਬਰ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਹੈ ਉਹ ਨਿੱਜੀ ਤੌਰ ਦੇ ਉੱਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ। ਪੰਜ ਸਿੰਘ ਸਾਹਿਬਾਨ ਦੇ ਵੱਲੋਂ ਇਸ ਰਿਪੋਰਟ ਨੂੰ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਇੱਕ ਹਫ਼ਤੇ ਦੇ ਅੰਦਰ ਸ਼ਾਰਟ ਨੋਟਿਸ ਤੇ ਅੰਤਰਿਕ ਕਮੇਟੀ ਦੀ ਮੀਟਿੰਗ ਬੁਲਾ ਕੇ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਬਿਊਰੋ ਰਿਪੋਰਟ ਟੀਵੀ ਪੰਜਾਬ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਸਿੱਖ ਪ੍ਰਚਾਰਕ ਟੰਡਰੀਆਂਵਾਲਾ ਖਿਲਾਫ ਵੀ ਸਖਤ ਫੈਸਲਾ ਲਿਆ ਗਿਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਜਿੰਨੀ ਦੇਰ ਤੱਕ ਟੰਡਰੀਆਂਵਾਲਾ ਮਾਫੀ ਨਹੀਂ ਮੰਗਦਾ ਉਹਨਾਂ ਚਿਰ ਤੱਕ ਉਸ ਦੇ ਸਮਾਗਮ ਨਾ ਕਰਵਾਏ ਜਾਣ ਤੇ ਨਾ ਹੀ ਉਸ ਨੂੰ ਸੁਣਿਆ ਜਾਵੇ ਤੇ ਨਾ ਹੀ ਇਸ ਦੀਆਂ ਵੀਡੀਓ ਅੱਗੇ ਸ਼ੇਅਰ ਕੀਤੀਆਂ ਜਾਣ। ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਟੰਡਰੀਆਂਵਾਲਿਆਂ ਦੇ ਮਾਮਲੇ ਤੇ ਵੀ ਫੈਸਲਾ ਲਿਆ ਗਿਆ। ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਟੰਡਰੀਆਂਵਾਲਿਆਂ ਦੇ ਕਥਨਾਂ ਸੰਬੰਧੀ ਪੜਤਾਲ ਦੇ ਲਈ ਬਣਾਈ ਗਈ ਵਿਦਵਾਨਾਂ ਦੀ ਸਬ ਕਮੇਟੀ ਦੀ ਰਿਪੋਰਟ ਅਨੁਸਾਰ ਉਸਨੇ ਗੁਰਮਤਿ ਪ੍ਰਤੀ ਕੁਝ ਗਲਤ ਬਿਆਨੀਆਂ ਕੀਤੀਆਂ ਨੇ। ਉਹ ਇਹਨਾਂ ਕਥਨਾਂ ਸੰਬੰਧੀ ਸਪਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ। ਇਸ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਤੇ ਪਰੰਪਰਾਵਾਂ ਦੀ ਰਾਖੀ ਦੇ ਲਈ ਵਚਨਬੱਧ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਦਿੱਤਾ ਗਿਆ ਕਿ ਜਿੰਨਾ ਚਿਰ ਉਹ ਆਪਣੀ ਗਲਤ ਬਿਆਨੀ ਲਈ ਸ਼੍ਰੀ ਅਕਾਲ ਤਖਤ ਅੱਗੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ ਉਹਨਾਂ ਚਿਰ ਉਸ ਦੇ ਸਮਾਗਮ ਨਾ ਕਰਵਾਏ ਜਾਣ ਤੇ ਨਾ ਹੀ ਉਸ ਨੂੰ ਸੁਣਿਆ ਜਾਵੇ ਤੇ ਨਾ ਹੀ ਇਸ ਦੀਆਂ ਵੀਡੀਓ ਅੱਗੇ ਸ਼ੇਅਰ ਕੀਤੀਆਂ ਜਾਣ। ਜੇਕਰ ਇਹ ਹਾਲੇ ਵੀ ਬਾਜ਼ ਨਾ ਆਇਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਭਾਈ ਰਣਜੀਤ ਸਿੰਘ ਟੰਡਰੀਆਂਵਾਲੇ ਵੱਲੋਂ ਬੋਲੇ ਕਥਨਾਂ ਦੇ ਸਬੰਧ ਵਿੱਚ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ ਕਮੇਟੀ ਦੀ ਰਿਪੋਰਟ ਪੁੱਜੀ ਹੈ, ਜਿਸ ਤੋਂ ਸਾਬਤ ਹੋਇਆ ਹੈ ਕਿ ਇਸ ਨੇ ਗੁਰਮਤਿ ਪ੍ਰਤੀ ਕੁਝ ਗਲਤ ਬਿਆਨੀਆਂ ਕੀਤੀਆਂ ਹਨ ਅਤੇ ਇਹਨਾਂ ਕਥਨਾਂ ਸੰਬੰਧੀ ਸਪਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਤੇ ਪਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੀਆਂ ਗਲਤੀ ਬਿਆਨੀਆਂ ਲਈ ਪੇਸ਼ ਹੋ ਕੇ ਮਾਫੀ ਨਹੀਂ ਮੰਗਦਾ ਉਹਨਾਂ ਚੀ ਇਸ ਦੇ ਸਮਾਗਮ ਜਿਹੜੇ ਆ ਉਹ ਗੁਰਦੁਆਰੇ ਸਾਹਿਬਾਨ ਦੇ ਵਿੱਚ ਨਾ ਕਰਵਾਏ ਜਾਣ। ਜੇਕਰ ਕੋਈ ਸਮਾਗਮ ਕਰਾਉਂਦਾ ਹੈ ਤਾਂ ਉਹ ਅਣਸਖਾਵੀ ਘਟਨਾ ਲਈ ਖੁਦ ਜ਼ਿੰਮੇਵਾਰ ਹੋਵੇਗਾ। ਨਾ ਇਸ ਨੂੰ ਸੁਣਿਆ ਜਾਵੇ ਤੇ ਨਾ ਹੀ ਇਸ ਦੀਆਂ ਵੀਡੀਓ ਆਦਿ ਅੱਗੇ ਸ਼ੇਅਰ ਕੀਤੀਆਂ ਜਾਣ। ਜੇ ਅਜੇ ਵੀ ਬਾਜ਼ ਨਾ ਆਇਆ ਤਾਂ ਇਸ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ। ਬਲਜੀਤ ਸਿੰਘ ਦਾਦੂਵਾਲ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਾਦੂਵਾਲ ਨੇ 10 ਨਵੰਬਰ 2015 ਨੂੰ ਸਰਬੱਤ ਖਾਲਸਾ 'ਚ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਸੀ। ਉਹਨਾਂ ਨੇ ਸਰਬੱਤ ਖਾਲਸਾ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਜਗ੍ਹਾ ਕਿਸੇ ਹੋਰ ਨੂੰ ਜਥੇਦਾਰੀ ਦੇ ਦਿੱਤੀ ਜਾਵੇ। ਉਹਨਾਂ ਇੱਕ ਬੇਨਤੀ ਪੱਤਰ ਜਾਰੀ ਕਰਦਿਆਂ ਆਪਣੇ ਅਸਤੀਫੇ ਦਾ ਐਲਾਨ ਕੀਤਾ। ਸਰਬੱਤ ਖਾਲਸਾ ਵੱਲੋਂ ਥਾਪੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਅੱਜ ਤਖਤ ਸਾਹਿਬ ਨਤਮਸਤਕ ਹੋਣ ਮੌਕੇ ਜਥੇਦਾਰੀ ਤੋਂ ਆਪਣਾ ਅਸਤੀਫਾ ਬੇਨਤੀ ਪੱਤਰ ਦੇ ਰੂਪ 'ਚ ਦੇ ਦਿੱਤਾ। ਉਹਨਾਂ ਨੇ ਇਹ ਬੇਨਤੀ ਪੱਤਰ ਤਖਤ ਸਾਹਿਬ ਵਿਖੇ ਰੱਖਦੇ ਹੋਏ ਸਰਬੱਤ ਖਾਲਸਾ ਨੂੰ ਬੇਨਤੀ ਕੀਤੀ ਕਿ ਉਹਨਾਂ ਦੀ ਜਗ੍ਹਾ ਕਿਸੇ ਹੋਰ ਨੂੰ ਜਥੇਦਾਰੀ ਦੇ ਦਿੱਤੀ ਜਾਵੇ। ਗੌਰਤਲਬ ਹੈ ਕਿ ਬਲਜੀਤ ਸਿੰਘ ਦਾਦੂਵਾਲ ਪਿਛਲੇ ਲੰਬੇ ਸਮੇਂ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਚਲੇ ਆ ਰਹੇ ਨੇ। ਇਸ ਤੋਂ ਬਾਅਦ ਪਿਛਲੇ ਦਿਨੀ ਉਹਨਾਂ ਨੂੰ ਸਭ ਤੋਂ ਪਹਿਲਾਂ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਤੇ ਉਸ ਤੋਂ ਬਾਅਦ VOTING ਦੇ ਦੌਰਾਨ 2 ਵੋਟਾਂ ਦੇ ਫਰਕ ਨਾਲ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸ ਸਭ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਸੀਗੇ ਕਿ ਕੀ ਬਲਜੀਤ ਸਿੰਘ ਦਾਦੂਵਾਲ ਸਰਬੱਤ ਖਾਲਸਾ ਵੱਲੋਂ ਥਾਪੀ ਗਈ ਜਥੇਦਾਰੀ ਤੋਂ ਅਸਤੀਫਾ ਦੇਣਗੇ ਜਾਂ ਨਹੀਂ। ਅਖੀਰ ਇਹਨਾਂ ਸਵਾਲਾਂ ਨੂੰ ਵਿਰਾਮ ਲਗਾਉਂਦਿਆਂ ਅੱਜ ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਦੇਖਣਾ ਹੋਏਗਾ ਕਿ ਸਰਬੱਤ ਖਾਲਸਾ ਦੇ ਵੱਲੋਂ ਅਗਲਾ ਜਥੇਦਾਰ ਕਿਸ ਨੂੰ ਥਾਪਿਆ ਜਾਂਦਾ ਹੈ। ਬਿਊਰੋ ਰਿਪੋਰਟ ਟੀਵੀ ਪੰਜਾਬ। ਉਧਰ ਸਤਿਕਾਰ ਕਮੇਟੀ ਦੇ ਕਾਰਕੁਨ ਸੁਖਜੀਤ ਸਿੰਘ ਖੋਸਾ ਨੇ ਦਾਦੂਵਾਲ ਦੇ ਅਸਤੀਫੇ ਤੇ ਟਿੱਪਣੀ ਕਰਦਿਆਂ ਇਸ ਨੂੰ ਦੇਰ ਨਾਲ ਲਿਆ ਗਿਆ ਸਹੀ ਫੈਸਲਾ ਦੱਸਿਆ। ਟੀਵੀ ਪੰਜਾਬ ਨਾਲ ਗੱਲਬਾਤ ਦੌਰਾਨ ਖੋਸਾ ਨੇ ਕਿਹਾ ਕਿ ਦਾਦੂਵਾਲ ਨੂੰ ਹਰਿਆਣਾ ਦੀਆਂ ਗੁਰਦੁਆਰਾ ਚੋਣਾਂ ਤੋਂ ਪਹਿਲਾਂ ਹੀ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਸੀ। ਹੁਣ ਦਾਦੂਵਾਲ ਹਰਿਆਣਾ ਕਮੇਟੀ ਦੇ ਪ੍ਰਧਾਨ ਬਣ ਗਏ ਨੇ ਅਤੇ ਉਹਨਾਂ ਜਥੇਦਾਰੀ ਤੋਂ ਅਸਤੀਫਾ ਦੇ ਕੇ ਦੇਰ ਨਾਲ ਹੀ ਸਹੀ ਪਰ ਸਹੀ ਕਦਮ ਚੁੱਕਿਆ। ਦੇਖੋ ਜੀ,
ਸਰਬੱਤ ਖਾਲਸਾ ਇਕੱਠਾ ਹੋਣਾ ਬੜੀ ਵੱਡੀ ਇੱਕ ਅਹਿਮ ਗੱਲ ਸੀ। ਬੇਸ਼ੱਕ ਅਸੀਂ ਉਹਦੇ ਹਿੱਸਾ ਬਣੇ ਹੋਈਏ ਨਾ ਬਣੇ ਹੋਈਏ, ਉਹ ਗੱਲ ਇੱਕ ਵੱਖ ਆ ਜੀ। ਪਰੰਤੂ ਜਿਹੜੀਆਂ ਇੰਨੇ ਲੋਕਾਂ ਦੀਆਂ ਇੰਨੀਆਂ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਤੇ ਗੱਲ ਚੱਲੀ ਸੀ ਜੀ ਉਹ ਸਾਰੀ ਖਰੀ ਨਹੀਂ ਉਤਰੀ। ਜੀ ਜਿਨ੍ਹਾਂ ਨੂੰ ਵੀ ਇਹ ਅਹੁਦੇ ਮਿਲੇ ਸੀਗੇ, ਸੰਗਤ ਨੇ ਬਖਸ਼ੇ ਸੀਗੇ। ਜੀ ਤੇ ਫਿਰ ਜਿਹੜੀ ਆਪਾਂ ਦਾਦੂਵਾਲ ਸਾਹਿਬ ਦੀ ਗੱਲ ਕਰਦੇ ਹਾਂ, ਜੇ ਇਹਨਾਂ ਨੇ ਇਹ ਕੰਮ ਕਰਨਾ ਸੀਗਾ ਅਸਤੀਫੇ ਵਾਲਾ, ਤੇ ਇਹ ਇਦਾਂ ਲੱਗਦਾ ਵਾ ਕਿ ਜਿੰਨਾ ਚਿਰ ਮੇਰੇ ਕੋਲ ਹੋਰ ਕੁਰਸੀ ਨਹੀਂ ਆਉਂਦੀ ਉਹਨਾਂ ਚਿਰ ਮੈਂ ਪਹਿਲਾ ਉਹਦਾ ਨਹੀਂ ਛੱਡਣਾ। ਜੀ ਜੇ ਇਹਨਾਂ ਨੇ ਇਹ ਕੰਮ ਕਰਨਾ ਸੀਗਾ ਤੇ ਇਹ ਇਹਨਾਂ ਨੂੰ ਜਿਹੜਾ ਸਿਧਾਂਤ ਇਹ ਕਹਿੰਦਾ ਵਾ ਜਥੇਦਾਰ ਦੇ ਅਹੁਦੇ ਤੋਂ ਪਹਿਲਾਂ ਅਸਤੀਫਾ ਦੇ ਕੇ ਫਿਰ ਇਹਨਾਂ ਨੂੰ ਚੋਣ ਲੜਨੀ ਚਾਹੀਦੀ ਸੀ। ਪਹਿਲੀ ਪ੍ਰਕਿਰਿਆ ਇਹ ਜਿਹੜੀ ਉਹ ਗੁਰਮਤਿ ਅਨੁਸਾਰ ਗਲਤ ਸੀਗੀ, ਕਿਉਂਕਿ ਮੈਨੂੰ ਲੱਗਦਾ ਕਿ ਜਿੱਦਾਂ ਉਹ ਕਾਫੀ ਸਿਆਸੀ ਸੂਝ-ਬੂਝ ਵੀ ਰੱਖਦੇ ਆ, ਮਾਰ ਵੀ ਆ, ਗਣਿਤ ਉਹਨਾਂ ਨੇ ਲਾਇਆ ਹੋਣਾ ਵੀ ਕਿੱਦਾਂ ਦਾ ਗਣਿਤ ਆ। ਤੇ ਜਿਹੜਾ ਹੁਣ ਵੇਖੋ ਮੇਰਾ ਨਹੀਂ ਹੈਗਾ, ਉਹ ਜਿਹੜੇ ਵੀ ਸਿੱਖ ਕੋ ਗੱਲ ਜਾਊਗੀ ਉਹ ਆਟੋਮੈਟਿਕ ਇਹ ਗੱਲ ਬਣਦੀ ਆ ਵੀ ਹੁਣ ਉਹਨਾਂ ਨੂੰ ਪ੍ਰਧਾਨਗੀ ਦਾ ਉਹਦਾ ਮਿਲ ਗਿਆ, ਪ੍ਰਧਾਨਗੀ ਪਿਆਰੀ ਆ, ਹੁਣ ਜਥੇਦਾਰੀ ਜਾਂ ਉਹਨਾਂ ਬਾਹਾਂ ਖੜੀਆਂ ਦੀ ਉਹਨਾਂ ਨੂੰ ਪਰਵਾਹ ਨਹੀਂ ਹੈਗੀ। ਉਹਨਾਂ ਨੇ ਅਸਤੀਫਾ ਨਹੀਂ, ਇੱਕ ਬੇਨਤੀ ਪੱਤਰ ਜਿਹੜਾ ਉਹ ਤਖਤ ਸ੍ਰੀ ਦਮਦਮਾ ਸਾਹਿਬ ਜਾ ਕੇ ਜਿਹੜਾ ਉਹ ਉੱਥੇ ਰੱਖਿਆ ਆ, ਔਰ ਬੇਨਤੀ ਪੱਤਰ ਦੇ ਵਿੱਚ ਬਕਾਇਦਾ ਲਿਖਿਆ ਵੀ ਉਹਨਾਂ ਨੇ ਕਿ ਮੈਂ ਸਤਿਕਾਰ ਕਰਦਾ ਇਸ ਅਹੁਦੇ ਦਾ। ਇਹ ਅਹੁਦਾ ਜਿਹੜਾ ਆ ਜਥੇਦਾਰ ਸਾਹਿਬ ਦਾ ਜਿਹੜਾ ਅਹੁਦਾ ਆ ਉਹ ਪ੍ਰਧਾਨਗੀ ਦੇ ਅੱਗੇ ਬਹੁਤ ਵੱਡਾ ਆ, ਤੇ ਉਹ ਕਹਿੰਦੇ ਕਿਉਂਕਿ ਉਹ ਅਹੁਦਾ ਛੋਟਾ ਆ ਭਾਵੇਂ, ਪਰ ਇਸ ਵੱਡੇ ਅਹੁਦੇ ਦੀ ਸੇਵਾ ਮੇਰੇ ਕੋ ਸੰਭਾਲੀ ਨਹੀਂ ਜਾਣੀ ਆ, ਜਾਂ ਮੈਂ ਆਪਣੇ ਆਪ ਨੂੰ ਯੋਗ ਨਹੀਂ ਸਮਝਦਾ, ਜਾਂ ਪ੍ਰਸਥਿਤੀਆਂ ਇੱਦਾਂ ਦੀਆਂ ਨੇ ਕਿ ਮੈਂ ਇਸ ਸੇਵਾ ਨੂੰ ਜਿਹੜਾ ਉਹ ਕਾਇਮ ਰੱਖ ਸਕਾਂ। ਇਸ ਕਰਕੇ ਜਿਹੜਾ ਆ ਇੱਥੇ ਸਿੱਖ ਕੌਮ ਜਿਹੜਾ ਕਿਸੇ ਵਾਜਬ ਤੇ ਯੋਗ ਬੰਦੇ ਦੀ ਨਿਯੁਕਤੀ ਜਿਹੜੀ ਆ ਉਹ ਕਰ ਸਕਦੇ ਆ। ਹੋ ਗਈ ਜੀ ਗੱਲ। ਜੀ ਮੈਂ ਤਾਂ ਵੈਸੇ ਕਾਲਾ ਬੋਲ ਗਿਆ, ਜੇ ਤੁਸੀਂ ਪਹਿਲੇ ਮੈਨੂੰ ਦੱਸ ਦਿੰਦੇ ਫਿਰ ਤਾਂ ਉਹਨਾਂ ਨੇ ਆਪ ਹੀ ਸਭ ਕੁਝ ਕਹਿਤਾ। ਜੀ ਇਹ ਸਾਰਾ ਕੁਝ ਦਾਦੂਵਾਲ ਸਾਹਿਬ ਬਹੁਤ ਸਿਆਣੇ ਸੀ, ਸੁਗੜ ਸੀ, ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ। ਜੀ ਬਸ ਇਹ ਪਹਿਲਾਂ ਕਰਨ ਦੀ ਲੋੜ ਸੀਗੀ, ਆਹ ਹੀ ਕੁਝ ਹੋਣਾ ਚਾਹੀਦਾ ਸੀ, ਇਹ ਹੋਣਾ ਪਹਿਲਾਂ ਚਾਹੀਦਾ ਸੀਗਾ। ਫੇਰ ਰਣਤੱਤੇ ਵਿੱਚ ਜੂਝਦੇ, ਫੇਰ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਚੋਣ ਲੜ ਲੈਣ, ਸਾਨੂੰ ਕੀ ਹੈਗਾ। ਉਹ ਤਾਂ 5 ਜਾਂ 10 ਗੁਰਦੁਆਰਿਆਂ ਦੀ ਜਾਂ 20 ਗੁਰਦੁਆਰਿਆਂ ਦੀ ਜਾਂ ਹਰਿਆਣਾ ਦੀ ਕਮੇਟੀ, ਫਿਰ ਪੰਜਾਬ ਦੇ ਵੀ ਸ਼੍ਰੋਮਣੀ ਕਮੇਟੀ ਨੂੰ ਉਹ ਕਰਨ, ਪਰ ਇਹ ਕੰਮ ਪਹਿਲਾਂ ਹੋਣਾ ਚਾਹੀਦਾ ਸੀ। ਹੁਣ ਉਹਦਾ ਲੈਣ ਤੋਂ ਬਾਅਦ ਜਿਹੜਾ ਨਾ ਇਹ ਹਾਸੋ ਹੀ ਨਹੀਂ ਗੱਲ ਆ। ਐਰਿਨ ਓਟੂਲ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਨਵੇਂ ਲੀਡਰ ਚੁਣੇ ਗਏ ਨੇ। ਉਹਨਾਂ ਇਹ ਪ੍ਰਾਪਤੀ ਤੀਜੇ ਦੌਰ ਦੀ VOTING ਤੋਂ ਬਾਅਦ ਹਾਸਲ ਕੀਤੀ। ਕਈ ਮਹੀਨਿਆਂ ਤੱਕ ਚੱਲੀ ਇਤਿਹਾਸਕ ਚੋਣ ਮੁਹਿੰਮ ਤੋਂ ਬਾਅਦ ਓਟੂਲ ਨੇ ਪੀਟਰ ਮੈਕੇ, ਲੈਸਲਿਨ ਲੇਵਿਸ ਤੇ ਡੇਰੇਕ ਸਲੋਨ ਨੂੰ ਪਛਾੜਿਆ, ਜਿਸ ਤੋਂ ਬਾਅਦ ਐਰਿਨ ਓਟੂਲ ਨੇ ਆਪਣੇ ਪਾਰਟੀ ਸਮਰਥਕਾਂ ਨੂੰ ਸੰਬੋਧਿਤ ਵੀ ਕੀਤਾ। ਐਰਿਨ ਓਟੂਲ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਨਵੇਂ ਲੀਡਰ ਚੁਣੇ ਗਏ ਨੇ। ਉਹਨਾਂ ਨੇ ਪ੍ਰਾਪਤੀ ਤੀਜੇ ਦੌਰ ਦੀ VOTING ਤੋਂ ਬਾਅਦ ਹਾਸਲ ਕੀਤੀ ਹੈ। ਕਈ ਮਹੀਨਿਆਂ ਤੱਕ ਚੱਲੀ ਇਤਿਹਾਸਕ ਚੋਣ ਮੁਹਿੰਮ ਤੋਂ ਬਾਅਦ ਓਟੂਲ ਨੇ ਪੀਟਰ ਮੈਕੇ, ਲੈਸਲਿਨ ਲੇਵਿਸ ਤੇ ਡੈਰੇਕ ਸਲੋਨ ਨੂੰ ਪਛਾੜਿਆ। ਪਹਿਲੇ ਦੌਰ ਦੀ ਚੋਣ ਵਿੱਚ ਮੈਕੇ ਬੇਹੱਦ ਸਖਤ ਮੁਕਾਬਲੇ ਦੇ ਵਿੱਚ ਓਟੂਲ ਤੋਂ ਅੱਗੇ ਸਨ, ਪਰ ਦੂਜੇ ਦੌਰ ਵਿੱਚ ਓਟੂਲ ਨੇ ਉਹਨਾਂ ਨੂੰ ਪਛਾੜ ਦਿੱਤਾ। ਫੈਡਰਲ ਪਾਰਟੀ ਦੇ ਨਵੇਂ ਨੇਤਾ ਦੀ ਘੋਸ਼ਣਾ ਕਈ ਘੰਟਿਆਂ ਦੀ ਦੇਰੀ ਤੋਂ ਬਾਅਦ ਸੋਮਵਾਰ ਤੜਕੇ 12:20 ਤੇ ਕੀਤੀ ਗਈ, ਕਿਉਂਕਿ ਕਈ ਹਜ਼ਾਰਾਂ ਵੋਟ ਗਿਣਤੀ ਦੇ ਦੌਰਾਨ ਖਰਾਬ ਹੋ ਗਏ ਸਨ। ਇਸੇ ਦੌਰਾਨ ਉਮੀਦਵਾਰਾਂ ਨੂੰ ਮਿਲੇ ਸਮਰਥਨ ਨੂੰ ਪੁਆਇੰਟਸ ਦੇ ਆਧਾਰ ਤੇ ਗਿਣਿਆ ਗਿਆ, ਜਿਸ ਵਿੱਚ ਹਰ ਇੱਕ ਨੂੰ 338 ਰਾਈਡਿੰਗਾਂ ਦੇ ਲਈ 100 ਪੁਆਇੰਟਸ ਦਿੱਤੇ ਜਾਣੇ ਸਨ, ਭਾਵ ਕਿ 33,800 ਪੁਆਇੰਟਸ ਵਿੱਚੋਂ ਜੇਤੂ ਉਮੀਦਵਾਰ ਕੋਲ ਘੱਟੋ-ਘੱਟ 16,901 ਅੰਕ ਹੋਣੇ ਜ਼ਰੂਰੀ ਸੀ ਅਤੇ ਓਟੂਲ ਨੇ 19,231 ਅੰਕ ਹਾਸਲ ਕਰਕੇ ਆਸਾਨ ਜਿੱਤ ਦਰਜ ਕੀਤੀ। ਓਟੂਲ ਨੂੰ ਹੁਣ ਉਮੀਦ ਤੋਂ ਕਈ ਘੰਟੇ ਬਾਅਦ ਪਾਰਟੀ ਦਾ ਭਵਿੱਖ ਤੈਅ ਕਰਨ ਦੇ ਲਈ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਜਿੱਤ ਤੋਂ ਬਾਅਦ ਓਟੂਲ ਨੇ ਪਾਰਟੀ ਲੀਡਰ ਵਜੋਂ ਆਪਣਾ ਪਹਿਲਾ ਭਾਸ਼ਣ ਵੀ ਦਿੱਤਾ। ਬਿਊਰੋ ਰਿਪੋਰਟ, TV ਪੰਜਾਬ। ਤਰਨਤਾਰਨ ਦੇ ਪਿੰਡ ਪੂਲਾ ਵਿਖੇ ਅੱਜ ਸਵੇਰੇ ਇੱਕ ਵੱਡੀ ਵਾਰਦਾਤ ਵਾਪਰ ਗਈ। ਇੱਥੇ ਇੱਕ ਮਾਮਲੇ ਦੀ ਤਫਤੀਸ਼ ਕਰਨ ਗਈ ਪੁਲਿਸ ਟੀਮ ਤੇ ਗੈਂਗਸਟਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ ਇੱਕ ASI ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਨੇ ਪਰਚਾ ਦਰਜ ਕਰਕੇ ਆਰੋਪੀ ਗੈਂਗਸਟਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪਿੰਡ ਪੂਲਾ ਵਿਖੇ ਇੱਕ ਮਾਮਲੇ ਦੀ ਤਫਤੀਸ਼ ਕਰਨ ਗਈ ਪੁਲਿਸ ਟੀਮ ਤੇ ਗੈਂਗਸਟਰਾਂ ਨੇ ਗੋਲੀਆਂ ਵਰਾ ਦਿੱਤੀਆਂ। ਇਸ ਹਮਲੇ ਦੇ ਵਿੱਚ ਥਾਣਾ ਭਿੱਖੀਵਿੰਡ ਦੇ ASI ਮਲਕੀਤ ਸਿੰਘ ਫੱਟੜ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਇੱਕ ਚੋਰੀ ਦੇ ਮਾਮਲੇ 'ਚ ਜਾਂਚ ਕਰਨ ਲਈ ਪੁਲਿਸ ਦੀ ਟੀਮ ਜਦੋਂ ਪਿੰਡ ਪੂਲਾ ਪੁੱਜੀ ਤਾਂ ਉਹਨਾਂ ਨੇ 2 ਜਣਿਆਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ।
ਇਸੇ ਦੌਰਾਨ ਇੱਕ ਗੈਂਗਸਟਰ ਨੇ ਆਪਣੀ ਪਿਸਤੌਲ ਕੱਢ ਕੇ 3 ਫਾਇਰ ਕੀਤੇ। ਇਹਨਾਂ ਵਿੱਚੋਂ ਇੱਕ ਗੋਲੀ ਏਐਸਆਈ ਮਲਕੀਤ ਸਿੰਘ ਦੀ ਸੱਜੀ ਲੱਤ ਵਿੱਚ ਲੱਗੀ। ਪੁਲਿਸ ਟੀਮ ਨੇ ਤੁਰੰਤ ਮਲਕੀਤ ਸਿੰਘ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ। ਇੱਧਰ ਆਏ ਹੀ ਮੁਲਾਜ਼ਮ, ਉਹਨਾਂ ਨੇ ਚਲੋ ਕਾਰਵਾਈ ਆਪਦੀ ਕਰਨ ਦਾ ਤੇ ਉਹਨੇ ਜਦੋਂ ਉਹਨਾਂ ਨੂੰ ਡੱਕਿਆ, ਚਲੋ ਸ਼ੱਕ ਦੇ ਆਧਾਰ ਤੇ ਉਹ ਖੜ ਗਏ। ਮੁੜ ਕੇ ਇੱਕ ਨੂੰ ਉਹਨਾਂ ਫੜ ਕੇ ਰੱਖਿਆ ਤੇ ਦੂਜੇ ਜਣੇ ਨੇ ਪਿਸਟਲ ਕੱਢ ਕੇ ਤੇ ਭੱਜਾ ਆਉਂਦਾ ਫਾਇਰ ਕਰਨ ਲੱਗ ਪਿਆ। ਅਸੀਂ ਪਿੱਛੇ ਭੱਜੇ ਉਹਨਾਂ ਦੇ, ਇੱਥੋਂ ਤੱਕ ਆਏ ਅਸੀਂ ਪਿੱਛੇ। ਫਾਇਰ ਉਹਨੇ ਉਹ ਪਿਛਲੇ ਮੋੜ ਤੇ ਇੱਕ ਕੀਤਾ, ਇੱਕ ਆ ਜਿੱਥੇ ਮੁੰਡਾ ਆਉਂਦਾ ਉੱਥੇ, ਇੱਕ ਇੱਥੇ ਆਣ ਦੇ 3 ਫਾਇਰ ਉਹਨੇ ਕੀਤੇ। ਤੀਜਾ ਵੱਜਾ ਹਾਂਜੀ। ਉਧਰ ਪੁਲਿਸ ਨੇ ਇਸ ਹਮਲੇ ਤੋਂ ਬਾਅਦ ਪਿੰਡ ਵਿੱਚ ਨਾਕਾਬੰਦੀ ਕਰ ਦਿੱਤੀ ਹੈ ਤੇ ਗੈਂਗਸਟਰਾਂ ਵਿਰੁੱਧ ਪਰਚਾ ਦਰਜ ਕਰਕੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਟੀਵੀ ਪੰਜਾਬ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮੁਕਤਸਰ ਵਿਖੇ ਪਿਛਲੇ ਦਿਨ ਇੱਕ ਮਹਿਲਾ ਨੂੰ ਕੁਰਨੇ 'ਚ ਮਰਨ ਲਈ ਮਜਬੂਰ ਕਰਨ ਦੇ ਮਾਮਲੇ 'ਚ ਸੀਨੀਅਰ ਸਿਟੀਜ਼ਨ ਐਕਟ ਤਹਿਤ ਪਰਿਵਾਰਕ ਮੈਂਬਰਾਂ ਖਿਲਾਫ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ। ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਅੱਜ ਪਰਿਵਾਰਕ ਮੈਂਬਰ ਕਮਿਸ਼ਨ ਅੱਗੇ ਪੇਸ਼ ਹੋਏ ਸਨ ਤੇ ਉਹ ਮਹਿਲਾ ਦੀ ਸੰਭਾਲ ਕਰਨ ਦੇ ਮਾਮਲੇ 'ਚ ਕੋਈ ਵੀ ਜਵਾਬ ਨਹੀਂ ਦੇ ਸਕੇ, ਜਿਸ ਕਰਕੇ ਸਰਕਾਰ ਨੂੰ ਸਿਫਾਰਿਸ਼ ਕੀਤੀ ਗਈ ਹੈ ਕਿ ਦੋਸ਼ੀਆਂ ਦੇ ਖਿਲਾਫ ਸੀਨੀਅਰ ਸਿਟੀਜ਼ਨ ਐਕਟ ਤਹਿਤ ਕਾਰਵਾਈ ਕੀਤੀ ਜਾਵੇ। ਉਹਨਾਂ ਦੱਸਿਆ ਕਿ ਇਸ ਐਕਟ ਤਹਿਤ 3 ਮਹੀਨੇ ਦੀ ਸਜ਼ਾ ਅਤੇ 5000 रुपये जुर्माने का प्रावधान है। हमने उन सबको आज अपने ऑफिस में सम्मन इश्यू करके बुलाया हुआ था, तो आज उनसे बात करने पे पता चला कि जो बेटा उनका पॉलिटिक्स में है, उसकी अपनी एक्सप्लेनेशन थी कि मैं गलती मानता हूँ। बस वो एक ही बात कहता रहा कि मैं अपनी गलती मानता हूँ। बट 1978 में जो इनसे बात करने हमारी जो क्वेरीज थी, सरकार की तरफ से इनको एक प्लॉट अलॉट किया गया था जिसमें ये सारी फैमिलीज इकट्ठी रहती थी। और जो इनका छोटा बेटा है, मदर उसके साथ रहती थी, पर वो कहता कभी कभी मदर छोड़ के चली जाती थी, मुझे किडनी की प्रॉब्लम है। तो हमने उससे यही पूछा कि अगर किडनी की भी आपको कोई भी हेल्थ इशू है, आप कैसे अपने परिवार का लालन पालन कर रहे थे? अगर उनके लिए सब बन रहा था तो आपने अपने लिए भी, तो उनके लिए माता जी के लिए क्यों नहीं हो सकता था? तो उन लोगों के पास किसी भी प्रश्न का जवाब नहीं था। वो लोग बहुत शर्मिंदा थे, माफ़ी मांग रहे थे, डॉटर से भी जवाब मांगा गया, पर कोई उनके पास जवाब नहीं था। बट सीनियर सिटीजन एक्ट है जो कि उसके अकॉर्डिंग 3 महीने की सज़ा और 5000 रुपये फाइन, बोथ ये सीनियर सिटीजन एक्ट कहता है, जो कि अमूलन सभी पेरेंट्स को, हमारे इंडियन पेरेंट्स बहुत इमोशनल है, वो इस एक्ट के बारे में जानते नहीं है या बच्चे बताना ही नहीं चाहते कि उनके भी कॉन्स्टिट्यूशनल राइट्स हैं। ਸੰਗਰੂਰ ਦੇ ਲਹਿਰਾ ਗਾਗਾ ਤੋਂ ਇੱਕ ਸਗੇ ਪਿਓ ਵੱਲੋਂ ਆਪਣੀ ਨਾਬਾਲਿਗ ਧੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਖੁਲਾਸਾ ਉਸ ਵੇਲੇ ਹੋਇਆ ਜਦ ਪੀੜਤ ਬੱਚੀ ਨੇ ਇਸ ਦੀ ਸੂਚਨਾ ਗੁਆਂਢ 'ਚ ਰਹਿੰਦੀਆਂ ਮਹਿਲਾਵਾਂ ਨੂੰ ਦਿੱਤੀ, ਜਿਸ ਮਗਰੋਂ ਮਹੱਲੇ ਵਾਲਿਆਂ ਨੇ ਬੱਚੀ ਦੀ ਭੂਆ ਨੂੰ ਨਾਲ ਲੈ ਕੇ ਆਰੋਪੀ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਆਰੋਪੀ ਖਿਲਾਫ ਸ਼ਿਕਾਇਤ ਦਰਜ ਕਰਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਅਸੀਂ ਚਾਹੁੰਦੇ ਹਾਂ ਫਾਂਸੀ ਦੀ ਸਜ਼ਾ ਹੋਵੇ ਜਲਦ ਤੋਂ ਜਲਦ। ਆਪਣੇ ਹੀ ਪਿਤਾ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੀ ਇਹ ਕੁੜੀ ਸੰਗਰੂਰ ਦੇ ਲਹਿਰਾ ਗਾਗਾ ਦੀ ਰਹਿਣ ਵਾਲੀ ਹੈ। ਕੁੜੀ ਦਾ ਇਲਜ਼ਾਮ ਹੈ ਕਿ ਉਸਦੇ ਪਿਤਾ ਨੇ ਇਨਸਾਨੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੇ ਹੋਏ ਉਸਦੀ ਛੋਟੀ ਭੈਣ ਨਾਲ ਜਬਰ ਜਨਾਹ ਕੀਤਾ ਹੈ। ਪੀੜਤ ਕੁੜੀ ਦੀ ਉਮਰ 14 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਆਰੋਪੀ ਪਿਤਾ ਦੀਆਂ 4 ਸੰਤਾਨਾਂ ਨੇ, ਜਿਨ੍ਹਾਂ ਵਿੱਚੋਂ 3 ਲੜਕੀਆਂ ਅਤੇ ਸਭ ਤੋਂ ਛੋਟਾ ਇੱਕ ਮੁੰਡਾ ਹੈ। ਜਬਰ ਜਨਾਹ ਦੀ ਇਹ ਸ਼ਰਮਨਾਕ ਘਟਨਾ ਬੀਤੀ ਰਾਤ ਵਾਪਰੀ ਹੈ, ਜਿਸ ਤੋਂ ਬਾਅਦ ਬੱਚੀ ਨੇ ਆਪਣੇ ਗੁਆਂਢ ਵਿੱਚ ਰਹਿੰਦੀਆਂ ਔਰਤਾਂ ਨੂੰ ਇਸ ਬਾਰੇ ਦੱਸਿਆ। ਇਸ ਮਗਰੋਂ ਬੱਚੀਆਂ ਦੀ ਭੂਆ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੀ ਜ਼ਿੰਮੇਵਾਰੀ ਚੁੱਕਣ ਦੀ ਵੀ ਗੱਲ ਆਖੀ। ਅਸੀਂ 4 ਭੈਣ ਭਰਾ, 3 ਭੈਣਾਂ, 1 ਭਰਾ ਹੈ ਮੇਰਾ। ਤੇ ਕੱਲ ਮੇਰੀ ਛੋਟੀ ਭੈਣ ਨਾਲ 14 ਸਾਲ ਦੀ ਉਮਰ ਦੀ ਉਹਦੇ ਨਾਲ ਨਜਾਇਜ਼ ਧੱਕਾ ਕੀਤਾ ਗਿਆ ਮੇਰੇ ਡੈਡੀ ਵੱਲੋਂ। ਅਸੀਂ ਚਾਹੁੰਦੇ ਹਾਂ ਫਾਂਸੀ ਦੀ ਸਜ਼ਾ ਹੋਵੇ ਜਲਦ ਤੋਂ ਜਲਦ। ਇਹ ਤਾਂ ਬਹੁਤ ਟਾਈਮ ਤੋਂ ਕਰ ਰਿਹਾ ਜੀ ਸਾਨੂੰ ਤਾਂ ਕੋਈ ਬਸ ਨਾ ਸਾਡੀ ਫੋਨ ਤੇ ਗੱਲ ਕਰਾਉਂਦਾ ਸੀ, ਜੇ ਅਸੀਂ ਕਹਿੰਦੇ ਵੀ ਗੱਲ ਕਰਾਦੇ ਠੀਕ ਨੇ ਬਾਈ ਠੀਕ ਨੇ, ਬਸ ਵੀ ਇਹਦੇ ਨਾਲ ਨਜਾਇਜ਼ ਧੱਕਾ ਕੁੜੀਆਂ ਨਾਲ ਹੋ ਰਿਹਾ ਸੀ, ਬਹੁਤ ਜ਼ਿਆਦਾ ਡਰਾ ਕੇ ਅੰਦਰ ਰੱਖਦਾ ਤੇ। ਅਸੀਂ ਤਾਂ ਮੰਗ ਕਰਦੇ ਹਾਂ ਜੀ ਸਖਤ ਤੋਂ ਸਖਤ ਸਜ਼ਾ ਚਾਹੀਦੀ ਹੈ, ਬੇਟੀਆਂ ਅਸੀਂ ਆਪੇ ਪਾਲਾਂਗੇ, ਸਾਡੇ ਮੱਥੇ ਨਾ ਲੱਗੇ ਉਹ। ਮੁਹੱਲੇ ਵਾਲਿਆਂ ਮੁਤਾਬਿਕ ਬੱਚਿਆਂ ਦੀ ਮਾਂ ਦੀ ਮੌਤ ਕਰੀਬ 4 ਮਹੀਨੇ ਪਹਿਲਾਂ ਹੋਈ ਸੀ। ਉਹਨਾਂ ਆਰੋਪ ਲਾਇਆ ਹੈ ਕਿ ਆਪਣੇ ਪਤੀ ਦੀਆਂ ਕਰਤੂਤਾਂ ਤੋਂ ਤੰਗ ਆ ਕੇ ਹੀ ਉਸਨੇ ਜ਼ਹਿਰ ਖਾਧਾ ਸੀ। ਇਹ ਗੜਦਿਆਣੀ ਤੋਂ ਲਹਿਰੇ ਗਾਗੇ ਰਹਿਣ ਲਈ ਆਏ ਸੀਗੇ ਜੀ। ਇਹਦੇ 4 ਬੱਚੇ ਨੇ ਜੀ, ਇੱਕ ਲੜਕਾ ਜੀ, 3 ਬੇਟੀਆਂ ਨੇ ਜੀ। ਲੜਕਾ ਸਾਰਿਆਂ ਨਾਲੋਂ ਛੋਟਾ ਜੀ। ਇਹ ਇਨਸਾਨ ਨੇ ਜੀ ਇੰਨੀ ਦਰਿੰਦਗੀ ਵਾਲੀ ਘਟਨਾ, ਜੋ ਸੋਚਦੇ ਵੀ ਮੂੰਹ ਨੀਵਾਂ ਹੋ ਜਾਂਦਾ ਇਨਸਾਨ ਹੁੰਦਾ ਜੀ।
ਇਸ ਇਨਸਾਨ ਨੇ ਜੀ ਆਪਣੀ ਇੱਕ ਬੇਟੀ ਜੋ 14 ਸਾਲ ਦੀ ਹੈ ਜੀ, ਉਹਦੇ ਨਾਲ ਜੀ ਬਹੁਤ ਧੱਕੇਸ਼ਾਹੀ, ਇੱਕ ਦਰਿੰਦਗੀ, ਮੈਂ ਆਪਦੇ ਮੂੰਹ 'ਚੋਂ ਇਹ ਸ਼ਬਦ ਬੋਲਣਾ ਵੀ ਅਪਮਾਨ ਸਮਝਦਾ ਵੀ ਇੱਕ ਆਪਣੀ ਬੇਟੀ ਨਾਲ, ਜਿਸ ਨੂੰ ਆਪਾਂ ਲక్ష్ਮੀ ਦਾ ਰੂਪ ਮੰਨਦੇ ਹਾਂ, ਉਸ ਨਾਲ ਇਸ ਨੇ ਬਹੁਤ ਜ਼ਿਆਦਾ ਨਜਾਇਜ਼ ਧੱਕਾ, ਆਪਣੀ ਛੋਟੀ ਬੇਟੀ ਤੇ ਵੱਡੀ ਬੇਟੀ ਨਾਲ ਵੀ ਧੱਕਾ ਕਰਦਾ ਰਿਹਾ, ਉਹਨਾਂ ਨੂੰ ਕੁੱਟਦਾ ਰਿਹਾ, ਮਾਰਦਾ ਰਿਹਾ, ਅੰਦਰੋਂ ਵੀ ਉਹਨਾਂ ਨੇ ਦੱਸਿਆ ਸਾਨੂੰ। ਉਹਦੀਆਂ 3 ਬੇਟੀਆਂ ਨੇਗੀਆਂ ਤੇ ਇੱਕ ਬੇਟਾ ਹੈ। ਪਹਿਲਾਂ ਉਹਦੀ ਘਰਵਾਲੀ ਦੀ ਡੈਥ ਹੋਈ ਵੀ ਹੈ, ਉਹ ਵੀ ਇਸੇ ਦੁਖੀ ਹੋ ਗਏ, ਜਾਂ ਇਹਨੇ ਮਾਰੀ ਹੈ ਜਾਂ ਮਰੀ ਹੈ ਉਹ ਪਤਾ ਨਹੀਂ ਹੈ, ਉਹ ਵੀ ਮਰੀ ਹੋਈ ਹੈ। ਪਰ ਇਹ ਬੰਦੇ ਨੇ ਬਹੁਤ ਘਿਨਾਉਣਾ ਕੀਤਾ ਕੰਮ ਵੀ ਵੱਧ ਤੋਂ ਵੱਧ ਕਾਨੂੰਨੀ ਸਜ਼ਾ ਬਣਦੀ ਹੈ, ਜਿੱਥੋਂ ਤੱਕ ਬਣਦੀ ਸਜ਼ਾ ਹੁੰਦੀ ਹੈ ਇਹਨੂੰ ਬਖਸ਼ਣਾ ਜਾਵੇ, ਸਜ਼ਾ ਦਿੱਤੀ ਜਾਵੇ ਜੋ ਵੀ ਬਣਦੀ ਹੈ। ਉਧਰ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਮੁਤਾਬਿਕ ਆਰੋਪੀ ਪਿਤਾ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਤੇ ਮਾਮਲੇ ਵਿੱਚ ਅਗਲੇਰੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਇਹ ਸਾਰਾ ਮਾਮਲਾ ਇਹ ਸੀ, ਅੱਜ ਸਾਨੂੰ ਹਸਪੀਟਲ ਤੋਂ ਤਲਾਹ ਮਿਲੀ ਕਿ ਇੱਕ 14 ਸਾਲ ਦੀ ਬੱਚੀ ਨਾਲ ਬਲਾਤਕਾਰ ਹੋਇਆ ਹੈ। ਇਸ ਸੰਬੰਧੀ ਅਸੀਂ ਪੜਤਾਲ ਕੀਤੀ ਕਿ ਇਹ ਬੱਚੀ ਦੇ ਪਿਤਾ ਨੇ ਹੀ ਇਸ ਨਾਲ ਕੁਕਰਮ ਕੀਤਾ ਹੈ, ਜੋ ਨਿੰਦਣਯੋਗ ਘਟਨਾ ਹੈ, ਬਹੁਤ ਮਾੜੀ ਘਟਨਾ ਹੈ, ਸਮਾਜ ਤੇ ਕਲੰਕ ਹੈ ਇਸ ਤਰ੍ਹਾਂ ਦਾ। ਤੇ ਇਹ ਵੀ ਪਤਾ ਲੱਗਿਆ ਸਾਨੂੰ ਕਿ ਇਸ ਦੇ ਘਰ ਵਾਲੀ 4 ਮਹੀਨੇ ਪਹਿਲਾਂ ਡੈਥ ਹੋ ਗਈ ਸੀ। ਇਸ ਦੇ 3 ਲੜਕੀਆਂ ਨੇ, ਇੱਕ ਲੜਕਾ ਹੈ, ਵੱਡੀ ਲੜਕੀ 17 ਸਾਲ ਦੀ ਹੈ ਜਿਹਦੇ ਨਾਲ ਕੁਕਰਮ ਹੋਣਾ ਪਾਇਆ ਗਿਆ। ਉਹਦੀ ਉਮਰ ਕਰੀਬ 13-14 ਸਾਲ ਦੱਸੀ ਜਾ ਰਹੀ ਹੈ ਤੇ ਉਦੋਂ ਛੋਟੀ 12 ਸਾਲ ਦੀ ਹੈ, ਉਦੋਂ ਛੋਟਾ 8-9 ਸਾਲ ਦਾ ਬੱਚਾ ਹੈ। ਜੋ ਇਹ ਘਟਨਾ ਮਾੜੀ ਹੈ, ਇਸ ਸੰਬੰਧੀ ਅਸੀਂ ਕਾਰਵਾਈ ਕਰ ਰਹੇ ਹਾਂ। ਦੋਸ਼ੀ ਨੂੰ ਵੱਧ ਤੋਂ ਵੱਧ ਸ਼ਹਾਦਤ ਇਕੱਠੀ ਕਰਕੇ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਧਰ ਘਟਨਾ ਤੋਂ ਬਾਅਦ ਹੀ ਲਹਿਰਾਗਾਗਾ ਦੇ ਵਿੱਚ ਆਰੋਪੀ ਪਿਤਾ ਦੀ ਥੂ-ਥੂ ਹੋ ਰਹੀ ਹੈ ਤੇ ਲੋਕ ਉਸ ਨੂੰ ਸਖਤ ਸਜ਼ਾ ਦੇਣ ਦੀ ਮੰਗ ਵੀ ਕਰ ਰਹੇ ਨੇ। ਬਿਊਰੋ ਰਿਪੋਰਟ ਟੀਵੀ ਪੰਜਾਬ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਅਹਿਮ ਫੈਸਲਾ ਲੈਂਦਿਆਂ ਸ਼ਨੀਵਾਰ ਐਤਵਾਰ ਮੁਕੰਮਲ ਬੰਦ ਦੇ ਨਾਲ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਔਡ ਤੇ ਈਵਨ ਦੇ ਫਾਰਮੂਲੇ ਤੇ ਖੋਲ੍ਹਣ ਦਾ ਫੈਸਲਾ ਲਿਆ। ਇਸ ਤਹਿਤ ਲੁਧਿਆਣਾ 'ਚ ਅੱਜ ਈਵਨ ਨੰਬਰ ਦੀਆਂ ਦੁਕਾਨਾਂ ਖੁੱਲੀਆਂ, ਜਿਸ ਨੂੰ ਲੈ ਕੇ ਦੁਕਾਨਦਾਰਾਂ ਨੇ ਇਤਰਾਜ਼ ਜ਼ਾਹਿਰ ਕੀਤਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਤੋਂ ਚੰਗਾ ਤਾਂ 15 ਦਿਨਾਂ ਲਈ ਪੱਕਾ ਹੀ ਲੋਕਡਾਊਨ ਲਗਾ ਦਿੱਤਾ ਜਾਵੇ। ਪਹਿਲਾਂ ਸ਼ਨੀ ਐਤਵਾਰ ਬੰਦ, ਉਹ ਧੱਕਾ ਅੱਜ ਇੱਕ ਨਵਾਂ ਰੂਲ ਸਰਕਾਰ ਨੇ, ਪ੍ਰਸ਼ਾਸਨ ਨੇ ਲਾਗੂ ਕਰਤਾ ਕਿ 2 ਨੰਬਰ ਦੀਆਂ ਦੁਕਾਨਾਂ ਖੁੱਲਣਗੀਆਂ, 1 ਨੰਬਰ ਦੀਆਂ ਬੰਦ ਹੋਣਗੀਆਂ। ਲੋਕ ਛੱਛੋ ਪੰਜ ਪਏ ਹੋਏ ਆ, ਲੋਕ ਪਰੇਸ਼ਾਨ ਨੇ, ਇੱਕ ਦੂਜੇ ਦਾ ਮੂੰਹ ਦੇਖੀ ਜਾਂਦੇ। ਪਹਿਲਾਂ ਹੀ ਕੰਮ ਹੈ ਨਹੀਂ ਸੀ ਤੇ ਅੱਜ ਬੰਦ ਪਈਆਂ ਦੁਕਾਨਾਂ ਦੇ ਲੇਬਰ ਵੀ ਦੇਣੀ ਪੈਣੀ ਹੈ, ਬੰਦ ਪਈ ਦੁਕਾਨਾਂ ਦੇ ਬਿਜਲੀ ਦੇ ਬਿੱਲ, ਟੈਕਸ ਦੇਣੇ ਪੈਣੇ, ਹਰ ਚੀਜ਼ ਦੇਣੀ ਪੈਣੀ ਹੈ। ਸਰਕਾਰ ਨੂੰ ਅਸੀਂ ਮੰਗ ਕਰਦੇ ਜਾਂ ਤਾਂ ਇਹਨੂੰ ਪੂਰਨ ਤੌਰ ਤੇ ਬੰਦ ਕਰ ਦਿਓ, ਸਾਨੂੰ ਵੀ ਤਸੱਲੀ ਹੋ ਜਾਏ, ਜਾਂ ਇਹਨੂੰ ਸਹੀ ਤਰੀਕੇ ਨਾਲ ਖੋਲ੍ਹ ਦਿਓ। ਹੁਣ ਜਿੱਦਾਂ ਕਿ ਇਹਨਾਂ ਨੇ 2 ਦਿਨ ਖੋਲ੍ਹਣ ਲਈ ਕਹਿਤਾ ਕਿ ਇੱਕ ਦਿਨ 1 ਨੰਬਰ ਵਾਲੇ ਖੋਲ੍ਹਣਗੇ, ਦੂਸਰੇ ਦਿਨ 2 ਨੰਬਰ ਵਾਲੇ ਖੋਲ੍ਹਣਗੇ। ਹੁਣ ਜਿਹਦੀ ਵੀ ਅੱਜ ਵਾਰੀ ਹੈ ਉਹਨੂੰ 3 ਦਿਨ ਮਿਲ ਜਾਣਗੇ, ਜਿਹਦੀ ਕੱਲ੍ਹ ਦੀ ਵਾਰੀ ਹੈ ਉਹਨੂੰ 2 ਦਿਨ ਮਿਲਣਗੇ। ਹੁਣ ਹਫ਼ਤੇ ਦੇ ਵਿੱਚ 2 ਦਿਨ ਹੋ ਗਏ ਤੇ ਮਹੀਨੇ 'ਚ 8 ਦਿਨ ਹੋ ਗਏ ਕਿ 8 ਜਿਹੜੇ ਦੁਕਾਨਦਾਰ ਕਿਰਾਏ ਤੇ ਨੇ, ਕਿ ਦੁਕਾਨ ਦਾ ਮਾਲਕ ਉਹਨਾਂ ਕੋਲ 8 ਦਿਨਾਂ ਦਾ ਕਿਰਾਇਆ ਲਏਗਾ, ਕਿ ਜਿਹੜੇ ਮੁੰਡੇ ਲੇਬਰ ਰੱਖੀ ਹੋਈ ਹੈ, ਲੇਬਰ ਉਹਨਾਂ ਕੋਲ 8 ਦਿਨਾਂ ਦੇ ਪੈਸੇ ਲਏਗੀ, ਬਾਕੀ ਦਿਨਾਂ ਦੇ ਪੈਸੇ ਨਹੀਂ ਲਏਗੀ। ਇਸ ਕਰਕੇ ਦੁਕਾਨਦਾਰ ਬਹੁਤ ਪਰੇਸ਼ਾਨ ਨੇ। ਜਾਂ ਤਾਂ ਇਹਨੂੰ ਟੋਟਲ ਬੰਦ ਕਰ ਦਿਓ ਤਾਂ ਕਿ ਨਾ ਸਾਨੂੰ ਕਿਰਾਏ ਦੇਣੇ ਪੈਣ, ਨਾ ਲੇਬਰ ਨੂੰ ਪੈਸੇ ਦੇਣੇ ਪੈਣ। ਅੱਜ 8 ਦਿਨਾਂ ਦੇ ਵਿੱਚ ਅਸੀਂ ਲੇਬਰ ਨੂੰ ਮਹੀਨੇ ਦੇ ਪੈਸੇ ਦਈਏ, ਦੁਕਾਨ ਦਾ ਜੇ ਮਾਲਕ ਹੈ ਜਾਂ ਮਕਾਨ ਦਾ ਮਾਲਕ ਹੈ ਉਹਨੂੰ ਅਸੀਂ 8 ਦਿਨਾਂ ਦੇ ਮਹੀਨੇ ਦੇ ਪੈਸੇ ਦਈਏ, ਯਾਨੀ ਕਿ ਖੁੱਲ੍ਹਣੀਆਂ 8 ਦਿਨ ਨੇ ਤੇ ਪੈਸੇ ਅਸੀਂ ਮਹੀਨੇ ਦੇ ਦਈਏ। ਇਹ ਕਿਸ ਚੀਜ਼ ਦੇ? ਅਸੀਂ ਅੱਗੇ ਪਰੇਸ਼ਾਨ ਆ, ਇਹ ਸਾਨੂੰ ਹੋਰ ਪਰੇਸ਼ਾਨ ਕਰੀ ਜਾ ਰਹੇ ਨੇ। ਕੋਰੋਨਾ ਮਹਾਮਾਰੀ ਨੇ ਵੱਡੇ ਪਹਿਲਵਾਨਾਂ ਨੂੰ ਵੀ ਚਿੱਤ ਕਰ ਦਿੱਤਾ ਹੈ। ਹਿਮਾਚਲ ਦਾ ਗੋਲੂ ਪਹਿਲਵਾਨ ਦੰਗਲ ਨਾ ਹੋਣ ਕਾਰਨ ਕੁੱਲੀ ਦਾ ਕੰਮ ਕਰਨ ਲਈ ਮਜਬੂਰ ਹੋ ਗਿਆ। ਗੋਲੂ ਤਾਲਾਬੰਦੀ ਤੋਂ ਪਹਿਲਾਂ ਸਾਲਾਨਾ ਲੱਖਾਂ ਰੁਪਏ ਕਮਾ ਰਿਹਾ ਸੀ, ਪਰ ਹੁਣ ਮੰਡੀ 'ਚ ਬੋਰੀਆਂ ਢੋਣ ਦੇ ਬਦਲੇ ਉਸ ਨੂੰ ਕੁਝ ਕੁ ਰੁਪਏ ਦਿਹਾੜੀ ਮਿਲ ਰਹੀ ਹੈ। ਗੋਲੂ ਪਹਿਲਵਾਨ ਨੇ ਸਰਕਾਰ ਅੱਗੇ ਦੰਗਲ ਦੇ ਲਗਾਈ ਗਈ ਰੋਕ ਹਟਾਉਣ ਦੀ ਮੰਗ ਕੀਤੀ ਹੈ। ਕੋਰੋਨਾ ਕਾਲ ਨੇ ਪਹਿਲਵਾਨ ਨੂੰ ਬਣਾ ਦਿੱਤਾ ਹੈ ਕੂਲੀ। ਲੱਖਾਂ ਕਮਾਉਣ ਵਾਲਾ ਪਹਿਲਵਾਨ ਕੂਲੀ ਬਣਨ ਦੇ ਲਈ ਹੋਇਆ ਮਜਬੂਰ। ਜੀ ਹਾਂ, ਕੋਰੋਨਾ ਨੇ ਜਿੱਥੇ ਦੁਨੀਆ ਦੇ ਹਰ ਅਮੀਰ ਅਤੇ ਗਰੀਬ ਤੇ ਪ੍ਰਭਾਵ ਪਾਇਆ, ਤਾਂ ਉੱਥੇ ਹੀ ਭਾਰਤ ਦੇ ਬਹੁਤ ਸਾਰੇ ਲੋਕ ਵੀ ਬੇਰੁਜ਼ਗਾਰ ਹੋਏ ਨੇ ਤੇ ਪੇਟ ਪਾਲਣ ਦੇ ਲਈ ਹਰ ਉਹ ਕੰਮ ਕਰ ਰਹੇ ਨੇ ਜੋ ਉਹਨਾਂ ਨੇ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਵੇਗਾ। ਹਿਮਾਚਲ ਦੇ ਕਾਂਗੜਾ ਦੇ ਰਹਿਣ ਵਾਲੇ ਇੱਕ ਪਹਿਲਵਾਨ ਨੂੰ ਵੀ ਅਜਿਹਾ ਕਰਨਾ ਪੈ ਰਿਹਾ ਹੈ। ਕਾਂਗੜਾ ਦਾ ਰਹਿਣ ਵਾਲਾ ਦੇਸ਼ ਰਾਜ ਗੋਲੂ ਨਾਮਕ ਪਹਿਲਵਾਨ ਕਾਂਗੜਾ ਛੱਡ ਕੇ ਮੰਡੀ ਪੁੱਜ ਗਿਆ, ਜਿੱਥੇ ਉਹ ਕੂਲੀ ਦਾ ਕੰਮ ਕਰ ਰਿਹਾ ਹੈ। ਦੰਗਲ ਨਾ ਹੋਣ ਕਰਕੇ ਗੋਲੂ ਨੂੰ ਕੂਲੀ ਦਾ ਕੰਮ ਕਰਨਾ ਪੈ ਰਿਹਾ ਹੈ, ਕਿਉਂਕਿ ਘਰ ਵਿੱਚ ਪਤਨੀ, ਬੱਚੇ ਅਤੇ ਮਾਂ-ਬਾਪ ਭੁੱਖ ਨਾਲ ਮਰ ਰਹੇ ਨੇ। इस समय गोलू सरकारी गोदाम दे विच बोरियां ढोने का काम कर रहा है। जी मैं पहलवानी करता था। पहलवानी जो थी वो अपने हिमाचल, पंजाब, हरियाणा, यूपी साइड, राजस्थान में जाते रहते थे। वो अब इस बार कोरोना की वजह से वो पूरी प्रतियोगिताएँ बंद है,
इसलिए हमें ये काम करना पड़ रहा है मंडी में आगे। पहले तो 2-3 महीने तो काम ही नहीं मिला, कोई भी तैयारी तूरी करते रहे, उसमें खर्च कुछ ज़्यादा हो गया। फिर बाद में पता चला कि अब ये लॉकडाउन जो है वो पूरा साल रहेगा। फिर काम ढूंढने की कोशिश की और काफ़ी दिनों के बाद ये काम मिला है। ਗੋਲੂ ਦਾ ਕਹਿਣਾ ਹੈ ਕਿ ਲੋਕਡਾਊਨ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਕੂਲੀ ਦਾ ਕੰਮ ਮਿਲਿਆ। ਉਸਨੇ ਦੱਸਿਆ ਹੈ ਕਿ 1 ਕੁਇੰਟਲ ਬੋਰੀ ਢੋਣ ਦੇ ਲਈ ਉਸ ਨੂੰ 5 ਰੁਪਏ ਮਿਲ ਰਹੇ ਨੇ, ਜਦ ਕਿ ਪਹਿਲਵਾਨੀ ਸਮੇਂ ਉਹ ਹਰ ਸਾਲ ਲੱਖਾਂ ਰੁਪਏ ਕਮਾਉਂਦਾ ਸੀ। साल में तो मैक्सिमम 15-20 दिन छोड़ के, महीना छोड़ के 6-7-8 महीने लग जाते थे। उसमें बीच बीच में छोड़ के कभी 2 दिन 4 दिन बन ही जाता जी। घर का खर्चा जैसे 2-2.5 लाख रुपया कमा लिया, उसमें खर्च खुर्च हो जाता था, बाकी माड़ा मोटा बच जाता था, उसमें करते थे गुजारा। पर अब लॉकडाउन की वजह से सब कुछ बंद पड़ा है। अब बोरियाँ उठानी पड़ रही हैं, यहाँ पर पांडियों को काम करना पड़ रहा है जी। जहाँ पर तो कमाई तो परिवार के बराबर की तो नहीं है, पर ये है 7-8-10 हज़ार तक बचता है। काम जो है सरकारी रेट कम है, इसमें 5 रुपये क्विंटल के हिसाब से देते हैं। बचता तो कुछ है नहीं, पर चलो चला है काम परिवार का, जो पालन पोषण माड़ा मोटा हो रहा है। सरकार से तो जी यही है अपील है कि दंगल खोल दें। अगर प्रतियोगिताएँ खुल जाएंगी तो चलो बाहर के, नहीं तो ओनली हिमाचल जो है उसी को खोल दें कि लोकल पहलवान जो है वो दंगल में कुश्ती कर सकें। जैसे कि पहले बाहर के आते थे तो हमारे जो हिमाचल के लोग हैं वो बाहर के ज़्यादा अपनों को भी ज़्यादा पसंद करते थे। उसी तरह से अगर ऐसा है कि कुछ ओनली हिमाचल ही खोल दें, उसमें भी जो है बात बन सकती है, जिसमें कि लोकल पहलवान जो हैं वो गुजारा कर सकते हैं। ਸੋ ਕਰੋਨਾ ਦੀ ਮਾਰ ਹਰ ਇਨਸਾਨ ਤੇ ਪਈ ਹੈ, ਭਾਵੇਂ ਉਹ ਅਮੀਰ ਹੋਵੇ ਤੇ ਭਾਵੇਂ ਉਹ ਗਰੀਬ ਹੋਵੇ। ਪਰ ਹਾਂ, ਅਮੀਰ ਲੋਕਾਂ ਨੇ ਫਿਰ ਵੀ ਆਪਣੀ ਸੇਵਿੰਗ ਦੇ ਨਾਲ ਔਖਾ ਸਮਾਂ ਹੰਢਾ ਲਿਆ, ਪਰ ਗਰੀਬ ਜਾਂ ਮੱਧਵਰਗੀ ਤਬਕੇ ਨੂੰ ਇਹ ਸਮਾਂ ਲੰਘਾਉਣਾ ਬਹੁਤ ਮੁਸ਼ਕਿਲ ਲੱਗ ਰਿਹਾ ਹੈ। ਬਿਊਰੋ ਰਿਪੋਰਟ, ਟੀਵੀ ਪੰਜਾਬ। ਘੋੜੀ ਚੜਨ ਤੋਂ ਪਹਿਲਾਂ ਹੀ ਇੱਕ ਲਾੜੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਿਸ ਘਰ ਵਿੱਚ ਉਸ ਦੀ ਬਰਾਤ ਨਿਕਲਣੀ ਸੀ, ਉੱਥੋਂ ਉਸ ਦੀ ਅਰਥੀ ਕੱਢੀ ਗਈ। ਘਟਨਾ ਮਮਦੋੜ ਦੇ ਪਿੰਡ ਕੜਮਾ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤੀ ਸੌਣ ਵੇਲੇ ਜਦ ਲਾੜੇ ਨੇ ਟੇਬਲ ਫੈਨ ਨੂੰ ਆਪਣੇ ਵੱਲ ਘੁਮਾਉਣਾ ਚਾਹਿਆ ਤਾਂ ਕਰੰਟ ਲੱਗਣ ਨਾਲ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੂਰੇ ਪਿੰਡ ਦਾ ਮਾਹੌਲ ਸੋਗਮਈ ਹੋ ਗਿਆ। ਰਾਤ ਨੂੰ ਬੱਚੇ ਖੇਡੇ ਨੇ, ਸੌਣ ਲੱਗੇ ਤੇ ਪੈਰ ਆ ਗਿਆ ਤਾਰ ਦੇ ਉੱਤੇ ਤੇ ਕਰੰਟ ਲੱਗ ਗਿਆ ਜੀ। ਮਿੰਟ ਮਿੰਟ ਹੀ ਪੂਰੇ ਹੋ ਗਏ। ਆਪਣੇ ਵਿਆਹ ਦੀ ਖੁਸ਼ੀ ਵਿੱਚ ਨੱਚ ਰਹੇ ਇਸ ਲਾੜੇ ਦੀਆਂ ਤਸਵੀਰਾਂ ਮਮਦੋਟ ਦੇ ਪਿੰਡ ਕੜਮਾ ਦੀਆਂ ਨੇ। ਪਰ ਇਸ ਲਾੜੇ ਨੂੰ ਨਹੀਂ ਸੀ ਪਤਾ ਕਿ ਘੋੜੀ ਚੜ੍ਹਨਾ ਇਸ ਦੇ ਨਸੀਬ ਦੇ ਵਿੱਚ ਨਹੀਂ ਹੋਏਗਾ। ਵਿਆਹ ਦੀਆਂ ਇਹਨਾਂ ਖੁਸ਼ੀਆਂ ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਸੌਣ ਤੋਂ ਪਹਿਲਾਂ ਲਾੜੇ ਦੀ ਮੌਤ ਹੋ ਗਈ। ਦਰਅਸਲ ਨੌਜਵਾਨ ਮੋਨੂ ਕਪਾਹੀ ਦੀ ਐਤਵਾਰ ਸਵੇਰੇ ਬਰਾਤ ਚੜ੍ਹਨੀ ਸੀ ਤੇ ਸ਼ਨੀਵਾਰ ਨੂੰ ਉਸ ਨੂੰ ਸ਼ਗਨ ਲੱਗਾ ਸੀ। ਪਰ ਬਰਾਤ ਚੜ੍ਹਨ ਤੋਂ ਪਹਿਲਾਂ ਹੀ ਰਾਤ ਸਮੇਂ ਕਰੰਟ ਲੱਗਣ ਨਾਲ ਲਾੜੇ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਦੇਰ ਰਾਤ ਵਿਆਹ ਵਾਲੇ ਘਰ ਵਿੱਚ ਲਾੜੇ ਸਮੇਤ ਸਾਰਾ ਪਰਿਵਾਰ ਖੁਸ਼ੀ ਵਿੱਚ ਨੱਚ ਰਿਹਾ ਸੀ। ਇਸੇ ਦੌਰਾਨ ਦੇਰ ਰਾਤ ਜਦੋਂ ਪਰਿਵਾਰਕ ਮੈਂਬਰਾਂ ਨੇ ਸੌਣ ਦੀ ਤਿਆਰੀ ਕੀਤੀ ਤਾਂ ਪੱਖੇ ਦੀ ਹਵਾ ਘੱਟ ਹੋਣ ਕਰਕੇ ਲਾੜੇ ਨੇ ਪੱਖੇ ਨੂੰ ਆਪਣੇ ਵੱਲ ਘੁਮਾਉਣਾ ਚਾਹਿਆ ਤਾਂ ਪੈਰ ਬਿਜਲੀ ਵਾਲੇ ਜੋੜਾਂ ਦੇ ਉੱਪਰ ਆ ਗਿਆ ਤੇ ਕਰੰਟ ਲੱਗਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਰਾਤ ਸਵੇਰੇ ਬਰਾਤ ਜਾਣੀ ਸੀ। ਰਾਤ ਨੂੰ ਬੱਚੇ ਖੇਡੇ ਨੇ, ਸੌਣ ਲੱਗੇ ਤੇ ਪੈਰ ਆ ਗਿਆ ਤਾਰ ਦੇ ਉੱਤੇ ਤੇ ਕਰੰਟ ਲੱਗ ਗਿਆ ਜੀ। ਮਿੰਟ ਮਿੰਟ ਹੀ ਪੂਰੇ ਹੋ ਗਏ। ਕੱਲ੍ਹ ਸ਼ਗਨ ਸੀ, ਰਾਤ ਨੂੰ ਇਹ ਵਾਕਿਆ ਹੋਇਆ ਤੇ ਸਵੇਰੇ ਬਰਾਤ ਜਾਣੀ ਸੀਗੀ। 11 ਵਜੇ ਦਾ ਟਿਕਾ ਸੀ। ਉਧਰ ਨੌਜਵਾਨ ਪੁੱਤਰ ਦੀ ਪਈ ਲਾਸ਼ ਵੇਖ ਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਧਰ ਘਟਨਾ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਮਾਤਮ ਛਾ ਗਿਆ। ਬਿਊਰੋ ਰਿਪੋਰਟ, ਟੀਵੀ ਪੰਜਾਬ।
ਬਠਿੰਡਾ ਵਿਖੇ ਅੱਜ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਮੋਟੇਕ ਆਲੂਵਾਲੀਆ ਦੀ ਅਰਥੀ ਫੂਕੀ ਗਈ। ਇਸ ਰੋਸ ਪ੍ਰਦਰਸ਼ਨ ਵਿੱਚ ਭਾਰੀ ਗਿਣਤੀ ਵਿੱਚ ਮਹਿਲਾਵਾਂ ਨੇ ਵੀ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਆਪਣੇ ਮੋਢਿਆਂ ਤੇ ਮੋਨਟੇਕ ਸਿੰਘ ਆਲੂਵਾਲੀਆ ਦੀ ਅਰਥੀ ਚੁੱਕੀ ਤੇ ਬਾਅਦ ਵਿੱਚ ਉਸ ਨੂੰ ਅੱਗ ਲਗਾ ਦਿੱਤੀ ਗਈ। ਪ੍ਰਦਰਸ਼ਨ ਕਰ ਰਹੇ ਆਗੂਆਂ ਮੁਤਾਬਕ ਆਰਥਿਕ ਸੁਧਾਰ ਕਮੇਟੀ ਦੇ ਕਨਵੀਨਰ ਮੋਨਟੇਕ ਸਿੰਘ ਆਲੂਵਾਲੀਆ ਵੱਲੋਂ ਜਿਹੜੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ ਗਈ ਹੈ ਉਹ ਸਾਡੇ ਵਰਗੇ ਮੁਲਾਜ਼ਮਾਂ ਦੇ ਵਿਰੁੱਧ ਹੈ। ਉਹਨਾਂ ਪੰਜਾਬ ਸਰਕਾਰ ਨੂੰ ਮੁਲਾਜ਼ਮ ਵਿਰੋਧੀ ਨੀਤੀਆਂ ਨਾ ਛੱਡਣ ਤੇ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ। ਅੱਜ ਜਿਹੜਾ ਇੱਥੇ ਧਰਨਾ ਦਿੱਤਾ ਗਿਆ ਹੈਗਾ ਮੋਨਟੇਕ ਆਲੂਵਾਲੀਆ ਦਾ ਜਿਹੜਾ ਪੁਤਲਾ ਸਾੜਿਆ ਗਿਆ ਹੈਗਾ, ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਹ ਅੱਜ ਬਠਿੰਡੇ ਜ਼ਿਲ੍ਹੇ ਦੀਆਂ 8 ਜਥੇਬੰਦੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਇਹ ਪੁਤਲਾ ਸਾੜਿਆ ਗਿਆ। ਪੁਤਲਾ ਸਾੜਨ ਦਾ ਕਾਰਨ ਇਹ ਹੈ ਕਿ ਇਹਨਾਂ ਨੇ ਜਿਹੜੀਆਂ ਮੋਨਟੇਕ ਆਲੂਵਾਲੀ ਦੀਆਂ ਜਿਹੜੀਆਂ 3 ਮਾਹਰ ਕਮੇਟੀ ਬਣਾਈਆਂ ਸੀਗੀਆਂ, ਉਹਨਾਂ ਵੱਲੋਂ ਸਿਫਾਰਿਸ਼ ਕੀਤੀ ਗਈ ਹੈ ਕਿ ਮੁਲਾਜ਼ਮਾਂ ਦੇ ਜਿਹੜੀਆਂ ਡੀਏ ਦੀਆਂ ਕਿਸ਼ਤਾਂ ਉਹ ਰੋਕ ਲਈਆਂ ਜਾਣ। ਇਹਨਾਂ ਤੇ ਜਿਹੜਾ ਡਿਵੈਲਪਮੈਂਟ ਟੈਕਸ ਆ, ਜਿਹੜਾ ਜਜੀਆ ਟੈਕਸ ਲਾਇਆ ਹੋਇਆ ਪਹਿਲਾਂ 200 ਰੁਪਈਆ, ਉਹ ਵਧਾ ਕੇ ਸਾਲ ਦਾ 20,000 ਰੁਪਈਆ ਕੀਤਾ ਜਾਵੇ। ਜਿਹੜੀਆਂ ਹੋਰ ਜਿਹੜੀਆਂ ਕਟੌਤੀਆਂ ਕੀਤੀਆਂ ਜਾਣ, ਤਨਖਾਹ ਕਟੌਤੀਆਂ ਕੀਤੀਆਂ ਜਾਣ। ਇਹੋ ਜਿਹੇ ਕੁਝ ਮਸਲੇ ਜਿਹੜੀਆਂ ਸਿਫਾਰਿਸ਼ਾਂ ਸਰਕਾਰ ਨੂੰ ਕੀਤੀਆਂ ਤੇ ਸਾਡੇ ਅਧਿਆਪਕਾਂ ਦੇ ਵਿੱਚ ਇਹਦੇ ਖਿਲਾਫ ਬਹੁਤ ਵੱਡੀ ਪੱਧਰ ਤੇ ਰੋਸ ਪਾਇਆ ਗਿਆ ਤੇ ਅਸੀਂ ਅੱਜ ਇਹਦਾ ਪੁਤਲਾ ਸਾੜਿਆ। ਜੋ ਕਰੋਨਾ ਸੰਕਟ ਦੀ ਆੜ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਕਟੌਤੀਆਂ ਦਾ ਅਮਲ ਸ਼ੁਰੂ ਕੀਤਾ ਹੋਇਆ, ਉਹਦੇ ਖਿਲਾਫ ਸਾਡਾ ਰੋਸ ਪ੍ਰਦਰਸ਼ਨ ਆ। ਅਸੀਂ ਪਹਿਲਾਂ ਵੀ 5 ਅਗਸਤ ਨੂੰ ਇੱਥੇ ਝੰਡਾ ਮਾਰਚ ਰਾਹੀਂ ਆਪਦੀ ਆਵਾਜ਼, ਆਪਦਾ ਰੋਸ, ਆਪਦਾ ਵਿਰੋਧ ਪ੍ਰਗਟ ਕਰਕੇ ਗਏ ਆ। ਹੁਣ ਜਿਹੜੀਆਂ ਆਲੂਵਾਲੀਆ ਕਮੇਟੀ ਦੀਆਂ ਸਿਫਾਰਿਸ਼ਾਂ ਆਈਆਂ ਨੇ ਉਹ ਵੀ ਸਾਰੀਆਂ ਲੋਕ ਵਿਰੋਧੀ ਨੇ, ਮੁਲਾਜ਼ਮ ਵਿਰੋਧੀ ਨੇ। ਉਹਨਾਂ ਨੇ ਵੀ ਬਹੁਤ ਮਤਲਬ ਘਾਤਕ ਆ ਜਿਹੜੀਆਂ ਅਧਿਆਪਕਾਂ ਵਾਸਤੇ, ਮੁਲਾਜ਼ਮਾਂ ਵਾਸਤੇ ਉਹ ਸਿਫਾਰਿਸ਼ਾਂ ਕੀਤੀਆਂ ਨੇ ਵੀ ਟੈਕਸ 'ਚ ਵਾਧਾ ਕਰੋ, ਇਹਨਾਂ ਦੀਆਂ ਤਨਖਾਹਾਂ ਡਿਲੇ ਕਰੋ। ਅਸੀਂ ਉਹ ਸਾਰੀ ਗੱਲ ਦਾ ਯਾਨੀ ਕਿ ਵਿਰੋਧ ਕਰਨ ਵਾਸਤੇ ਇੱਥੇ ਆਪਦਾ ਸੰਘਰਸ਼ ਆ ਜਿਹੜਾ ਉਹ ਕਰਨ ਵਾਸਤੇ ਆਏ। ਮੋਨਟੇਕ ਸਿੰਘ ਆਲੂਵਾਲੀਆ ਦੀ ਜਿਹੜੀ ਅਰਥੀ ਅੱਜ ਅਸੀਂ ਫੂਕੀ ਆ ਤੇ ਕੈਪਟਨ ਸਰਕਾਰ ਨੂੰ ਸੁਣਾਉਣੀ ਕੀਤੀ ਆ ਕਿ ਜੇਕਰ ਇਹਦੀਆਂ ਸਿਫਾਰਿਸ਼ਾਂ ਨੂੰ ਤੁਸੀਂ ਮੰਨਦਿਆਂ ਹੋਇਆ ਸਾਡੀਆਂ ਤਨਖਾਹਾਂ 'ਚ ਕਟੌਤੀਆਂ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੁਲਾਜ਼ਮ, ਕਿਸਾਨ, ਮਜ਼ਦੂਰ ਅਸੀਂ ਵੱਡੇ ਪੱਧਰ ਤੇ ਸੜਕਾਂ ਤੇ ਉਤਰਾਂਗੇ। ਇਸ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਰੱਦ ਕਰਾ ਕੇ ਹਟਾਂਗੇ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਡਾਕਟਰ ਈਸ਼ਰ ਸਿੰਘ ਦੀ ਰਿਪੋਰਟ 'ਚ ਵੱਡਾ ਖੁਲਾਸਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਨਹੀਂ 328 ਪਾਵਨ ਸਰੂਪ ਹੋਏ ਗਾਇਬ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਹਫ਼ਤੇ ਅੰਦਰ ਕਾਰਵਾਈ ਕਰਨ ਦੇ ਦਿੱਤੇ ਹੁਕਮ। ਸਿੱਖ ਪ੍ਰਚਾਰਕ ਰਣਜੀਤ ਸਿੰਘ ਢੰਡਰੀਆਂਵਾਲਾ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਖਤ ਹੁਕਮ। ਜਥੇਦਾਰ ਨੇ ਕਿਹਾ ਜਿਨ੍ਹਾਂ ਚਿਰ ਢੰਡਰੀਆਂਵਾਲਾ ਮਾਫੀ ਨਹੀਂ ਮੰਗਦਾ ਨਾ ਕਰਵਾਏ ਜਾਣ ਉਸਦੇ ਸਮਾਗਮ। ਬਲਜੀਤ ਸਿੰਘ ਦਾਦੂਵਾਲ ਨੇ ਦਿੱਤਾ ਜਥੇਦਾਰੀ ਤੋਂ ਅਸਤੀਫਾ। ਸਰਬੱਤ ਖਾਲਸਾ ਆਗੂਆਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਨਵਾਂ ਜਥੇਦਾਰ ਚੁਣਨ ਨੂੰ ਕਿਹਾ। ਤਰਨਤਾਰਨ ਦੇ ਪਿੰਡ ਪੂਲਾ 'ਚ ਗੈਂਗਸਟਰਾਂ ਨੇ ਕੀਤਾ ਪੁਲਿਸ ਟੀਮ ਤੇ ਹਮਲਾ। ਇੱਕ ਏਐਸਆਈ ਦੀ ਲੱਤ ਤੇ ਲੱਗੀ ਗੋਲੀ। ਪੁਲਿਸ ਨੇ ਆਰੋਪੀਆਂ ਖਿਲਾਫ ਪਰਚਾ ਦਰਜ ਕੀਤਾ। ਅਤੇ ਐਰਿਨ ਓਟੂਲ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਨਵੇਂ ਲੀਡਰ ਚੁਣੇ ਗਏ। ਤੀਜੇ ਦੌਰ ਦੀ VOTING ਤੋਂ ਬਾਅਦ ਹਾਸਲ ਕੀਤੀ ਇਹ ਪ੍ਰਾਪਤੀ। ਇਸ ਦੇ ਨਾਲ ਹੀ ਮੈਨੂੰ ਜਾਣੀ ਮਨਪ੍ਰੀਤ ਕਾਲੂ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।